ਦੋਸਤੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਤਾਂ ਹੁਣ ਅਸੀਂ ਡਾਕਟਰ ਸਾਹਿਬ ਨੂੰ ਪੁੱਛਦੇ ਹਾਂ ਕਿ ਡਾਕਟਰ ਸਾਹਿਬ ਤੁਸੀਂ ਕਿਹਾ ਹੈ ਵਾਤ ਪਿੱਤ ਤੇ ਕਫ ਇਹ ਤਿੰਨ ਦੋਸ਼ ਨੇ, ਤੁਸੀਂ ਦੱਸੋਗੇ ਕਿ ਇਹਨਾਂ ਤਿੰਨਾਂ ਨੂੰ ਤ੍ਰਿਦੋਸ਼ ਕਿਉਂ ਕਿਹਾ ਜਾਂਦਾ ਹੈ? ਸਰਬਜੀਤ ਜੀ, ਆਯੁਰਵੇਦ ਅਸਲ ਦੇ ਵਿੱਚ ਜੇ ਸਮਝਣਾ ਹੋਵੇ ਤਾਂ ਇਹ ਹੈ, ਇਹ ਮਨੁੱਖ ਤੇ ਪ੍ਰਕਿਰਤੀ ਇਹਦੇ ਵਿੱਚ ਇੱਕ ਸੰਤੁਲਨ ਦਾ ਸਿਧਾਂਤ ਹੈ ਜੀ। ਉਹਦੇ 'ਚ ਜਦੋਂ ਅਸੀਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਦੇਖਣਾ ਹੋਵੇ, ਵਾਤ ਪਿੱਤ ਅਤੇ ਕਫ ਨੂੰ, ਜਦੋਂ ਅਸੀਂ ਇਹਨੂੰ ਬ੍ਰਹਿਮੰਡ ਦੇ ਦ੍ਰਿਸ਼ਟੀਕੋਣ 'ਚ ਦੇਖਦੇ ਹਾਂ ਵੀ ਇਹ ਬ੍ਰਹਿਮੰਡ ਦੇ ਵਿੱਚ ਕਿਰਿਆਸ਼ੀਲ ਨੇ, ਤਾਂ ਇਹ ਦੋਸ਼ ਨਹੀਂ ਮੰਨੇ ਜਾਂਦੇ, ਇਹ ਧਾਤੂ ਮੰਨੇ ਜਾਂਦੇ ਆ ਜੀ। ਪਰ ਜਦੋਂ ਇਹ ਇੱਕ ਵਿਅਕਤੀ ਦੇ ਸਰੀਰ 'ਚ ਅਸੀਂ ਇਹਨਾਂ ਨੂੰ ਗਿਣਤੀ ਕਰਦੇ ਹਾਂ ਇਹਨਾਂ ਦੀ, ਤਾਂ ਉਹਦੇ 'ਚ ਵਿਅਕਤੀ ਦੇ ਰਹਿਣ ਸਹਿਣ, ਖਾਣ ਪੀਣ, ਉਹਦੇ ਸੋਚਣ ਦੇ ਢੰਗ 'ਚ ਇਹਨਾਂ 'ਚ ਕੁਛ ਨਾ ਕੁਛ ਅਸੰਤੁਲਨ ਪੈਦਾ ਹੁੰਦਾ ਜੀ। ਜਿਵੇਂ ਸਾਡੇ ਇੱਕ ਜੇ ਆਯੁਰਵੈਦ ਦੇ ਮਨੋਵਿਗਿਆਨ ਨੂੰ ਸਮਝਣਾ ਹੋਵੇ, ਉਹਦੇ 'ਚ ਅਸੀਂ ਇੱਕ ਚੀਜ਼ ਨੂੰ ਕਾਊਂਟ ਕੀਤਾ ਕਿ ਮਨੁੱਖ ਦੇ 3 ਗੁਣ ਨੇ। ਉਹਨਾਂ ਪੂਰੇ ਦੁਨੀਆ ਭਰ ਦੇ ਮਨੁੱਖਾਂ 'ਚ ਉਹਨਾਂ ਦੇ ਤੁਸੀਂ ਉਹਦਾ ਐਨਾਲਿਸਿਸ ਕਰ ਸਕਦੇ ਹੋ ਜੀ। ਉਹ ਹੈ ਰਜੋ ਗੁਣ, ਤਮੋ ਗੁਣ, ਸਤੋ ਗੁਣ ਜੀ। ਇੱਦਾਂ ਹੀ ਇਸ ਨੂੰ ਅਸੀਂ ਕਾਊਂਟ ਕਰਦੇ ਹਾਂ ਜੀ ਵੀ ਵਾਤ ਪਿੱਤ ਕਫ। ਜਦੋਂ ਮਨੁੱਖ ਦੇ ਇੰਡੀਵਿਜੂਅਲਿਟੀ 'ਚ ਅਸੀਂ ਇਹਨੂੰ ਦੇਖਣਾ ਜੀ, ਤਾਂ ਉਦੋਂ ਉਹਦੇ ਸੁਭਾਅ ਦੇ ਅਨੁਸਾਰ ਇਹਦੇ 'ਚ ਕੁਛ ਘਟਦਾ, ਕੁਛ ਵੱਧਦਾ, ਤਾਂ ਉਸ ਸਮੇਂ ਇਹਨਾਂ ਨੂੰ ਦੋਸ਼ ਮੰਨਿਆ ਜਾਂਦਾ। ਜਦੋਂ ਅਸੀਂ ਬ੍ਰਹਿਮੰਡ ਦੇ ਰੂਪ 'ਚ ਦੇਖਦੇ ਹਾਂ ਤਾਂ ਇਹ ਇੱਕ ਧਾਤੂ ਦਾ ਰੂਪ ਲੈ ਜੀ। ਕਿਹੜੀ ਉਮਰ ਦੇ ਵਿੱਚ ਕਿਹੜਾ ਦੋਸ਼ ਪ੍ਰਧਾਨ ਹੁੰਦਾ ਹੈ? ਸਰਬਜੀਤ ਜੀ, ਇਹ ਸਭ ਤੋਂ ਪਹਿਲਾਂ ਇੱਕ ਇਸ ਚੀਜ਼ ਨੂੰ ਸਾਨੂੰ ਸਮਝਣ ਦੀ ਲੋੜ ਹੈ ਕਿ ਇਹ ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤੱਕ ਦੀ ਕਥਾ ਆਯੁਰਵੇਦ 'ਚ। ਉਹਦੇ 'ਚ ਸੂਖਮ ਤੋਂ ਸੂਖਮ ਐਨਾਲਿਸਿਸ ਹੋਏ ਨੇ, ਸੂਖਮ ਤੋਂ ਸੂਖਮ ਨਿਰਣੇ ਹੋਏ ਨੇ। ਮਨੁੱਖ ਦੇ ਮਨ ਦੀ, ਸਰੀਰ ਦੀ ਇੱਕ ਇੱਕ ਕਿਰਿਆ ਦਾ ਇੰਨਾ ਵਿਗਿਆਨਕ ਐਨਾਲਿਸਿਸ ਹੈ ਉਹਦੇ ਵਿੱਚ ਕਿ ਜੇ ਤੁਸੀਂ ਪੜ੍ਹੋ ਅਤੇ ਉਹ ਤੁਹਾਨੂੰ ਸਮਝ ਲੱਗ ਜੇ ਤਾਂ ਤੁਸੀਂ ਉਸ ਤੋਂ ਗਾਂਹ ਇੱਕ ਅੱਖਾਂ ਮੀਚ ਕੇ ਬਹਿ ਸਕਦੇ ਹੋ ਵੀ ਇੰਨੀਆਂ ਗਹਿਰੀਆਂ ਗੱਲਾਂ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਕਹੀਆਂ ਗਈਆਂ ਜੀ। ਜਿਵੇਂ ਜਿਹੜੇ ਇਹ 3 ਦੋਸ਼ ਨੇ, ਇਹ ਉਮਰ ਦੇ ਵੱਖ-ਵੱਖ ਸਮਿਆਂ 'ਚ ਵੱਖ-ਵੱਖ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਆ ਜੀ। ਜਿਵੇਂ ਬੱਚੇ ਦਾ ਤੁਸੀਂ ਲਓ ਜੀ, ਆਪਾਂ ਜਨਮ ਤੋਂ ਲੈ ਕੇ ਜੀ, ਜਨਮ 'ਚ ਬੱਚੇ ਦੀ ਗਰੋਥ ਹੁੰਦੀ ਹੈ ਜੀ। ਉਸ ਗਰੋਥ ਦੇ ਵਿੱਚ ਆਯੁਰਵੈਦ ਨੇ ਉਹਨੂੰ ਕਾਊਂਟ ਕੀਤਾ ਵੀ ਜਿਹੜਾ ਬੱਚੇ ਦੀ ਗਰੋਥ ਹੁੰਦੀ ਆ ਉਹ ਕਫ ਦੋਸ਼ ਦੇ ਅਧੀਨ ਹੁੰਦੀ ਹੈ ਜੀ। ਅਤੇ ਤੁਸੀਂ ਦੇਖੋ ਵੀ ਜਦੋਂ ਸਾਡੇ ਬੱਚੇ ਬਿਮਾਰ ਹੁੰਦੇ ਨੇ ਤਾਂ ਮੋਸਟਲੀ ਸਰਦੀ ਜ਼ੁਕਾਮ ਜਾਂ ਖਾਂਸੀ ਤੋਂ ਪੀੜਤ ਹੁੰਦੇ ਨੇ ਜੀ। ਇਸੇ ਤਰ੍ਹਾਂ ਜਵਾਨੀ ਵੇਲੇ ਆ ਜਾਂਦਾ ਜੀ। ਜਵਾਨੀ ਦੇ ਵਿੱਚ ਸਰੀਰ 'ਚ ਜਿਹੜਾ ਹੈ ਪਿੱਤ ਦੋਸ਼ ਦੀ ਪ੍ਰਧਾਨਤਾ ਆ ਜਾਂਦੀ ਆ ਜੀ। ਉਦੋਂ ਕੀ ਪ੍ਰੋਬਲਮ ਹੁੰਦੀਆਂ ਨੇ, ਗਰੋਥ ਬੋਡੀ ਦੀ ਹੋ ਚੁੱਕੀ ਹੁੰਦੀ ਹੈ ਜੀ। ਗਰੋਥ ਤੋਂ ਬਾਅਦ ਉਹ ਜਿਵੇਂ ਇੱਕ ਫਲ ਆ ਜੀ, ਵੀ ਫਲ ਪਹਿਲਾਂ ਫੁੱਲ ਲੱਗਦਾ, ਫਿਰ ਉਹ ਫਲ ਬਣਦਾ, ਫਿਰ ਉਹ ਪੱਕਦਾ ਜੀ। ਉਸ ਪੱਕਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਜਵਾਨੀ ਦੇ ਵਿੱਚ ਆਉਂਦੀ ਹੈ ਜੀ। ਉਸ ਸਮੇਂ ਗਰਮੀ ਨਾਲ ਰਿਲੇਟਡ ਸਮੱਸਿਆਵਾਂ ਆਉਂਦੀਆਂ ਜੀ, ਵੀ ਸਰੀਰ ਦਾ ਵਿਕਾਸ ਪੂਰਾ ਹੁੰਦਾ ਜੀ। ਨੌਜਵਾਨ ਮੁੰਡੇ ਕੁੜੀਆਂ ਦੇ ਗਰਮੀ ਅੰਦਰ ਵੱਧਦੀ ਆ, ਹਾਰਮੋਨਸ ਦਾ ਰਸਾਵ ਵੱਧਦਾ, ਤਾਂ ਉਹਦੇ ਨਾਲ ਉਹਨਾਂ ਦੇ ਕਿੱਲ ਛਾਈਆਂ, ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਨੇ ਜੀ। ਇਸ ਤਰ੍ਹਾਂ 40 ਸਾਲ ਤੋਂ ਬਾਅਦ ਜੀ, 40 ਸਾਲ ਤੋਂ ਬਾਅਦ ਸਰੀਰ ਢਲਾਣ ਵਾਲੇ ਪਾਸੇ ਜਾਂਦਾ ਜੀ। ਉਦੋਂ ਬਾਡੀ ਦੀਆਂ ਮੂਵਮੈਂਟਸ ਘੱਟ ਹੋ ਜਾਂਦੀਆਂ ਨੇ ਜੀ। ਤਾਂ ਉਸ ਸਮੇਂ ਅਸੀਂ ਉਸ ਦਾ ਪੀਰੀਅਡ ਜਿਹੜਾ ਹੈ ਵਾਤ ਦਾ ਗਿਣਦੇ ਹਾਂ ਜੀ, ਵੀ ਉਹ ਵਾਤ ਰੋਗਾਂ ਦਾ ਕਾਲ ਹੁੰਦਾ 40 ਸਾਲ ਤੋਂ ਬਾਅਦ। ਵੀ ਮਨੁੱਖ ਨੂੰ ਵਾਯੂ ਦੇ ਰੋਗ ਲੱਗਣਗੇ, ਜਿਵੇਂ ਆਮ ਆਪਣੇ ਪਿੰਡਾਂ 'ਚ ਕਹਿੰਦੇ ਹਾਂ ਅਸੀਂ ਵਾਈ ਦੇ ਰੋਗ ਜੀ। ਦੂਸਰੀ ਗੱਲ ਜੀ ਕਿ ਇਹਨਾਂ ਤਿੰਨਾਂ ਦੋਸ਼ਾਂ ਨੂੰ ਜੇ ਅਸੀਂ ਸਰੀਰ ਦੇ ਅਨੁਸਾਰ ਸਮਝ ਕੇ ਦੇਖੀਏ ਤਾਂ ਉਸ ਤੋਂ ਜ਼ਿਆਦਾ ਵਧੀਆ ਢੰਗ ਨਾਲ ਅਸੀਂ ਇਹਨੂੰ ਸਮਝ ਸਕਦੇ ਹਾਂ ਜੀ। ਮਨੁੱਖ ਦੇ ਸਰੀਰ ਦੇ ਵਿੱਚ ਆਯੁਰਵੇਦ ਨੇ ਉਹਨੂੰ 3 ਹਿੱਸਿਆਂ 'ਚ ਡਿਵਾਈਡ ਕੀਤਾ ਜੀ। ਉਹਦੇ 'ਚ ਮਿਹਦੇ ਤੱਕ ਦਾ ਜਿਹੜਾ ਪਾਰਟ ਹੈ ਜੀ, ਮਿਹਦੇ ਤੋਂ ਉੱਪਰਲਾ ਪਾਰਟ, ਉਹਨੂੰ ਆਯੁਰਵੇਦ ਨੇ ਕਫ ਦਾ ਸਥਾਨ ਮੰਨਿਆ ਜੀ, ਵੀ ਉੱਥੇ ਸਰੀਰ 'ਚ ਕਫ ਰਹਿੰਦਾ ਜੀ। ਜਿਹੜੀ ਸਾਡੀ ਛਾਤੀ ਆ ਉਸ 'ਚ ਜੀ। ਮਿਹਦੇ ਤੋਂ ਲੈ ਕੇ ਧੁੰਨੀ ਤੱਕ ਜਿਹੜੇ ਮਨੁੱਖ ਦੇ ਸਰੀਰ ਦਾ ਪਾਰਟ ਹੈ ਜੀ, ਉਸ ਨੂੰ ਪਿੱਤ ਦਾ ਸਥਾਨ ਮੰਨਿਆ, ਵੀ ਉੱਥੇ ਸਾਰੀ ਪਾਚਨ ਕਿਰਿਆ ਸਿਰਫ ਸਰੀਰ ਦੇ ਇਹਨਾਂ 2 ਹਿੱਸਿਆਂ 'ਚ ਹੁੰਦੀ ਹੈ ਜੀ। ਮਿਹਦੇ ਤੋਂ ਧੁੰਨੀ ਦੇ ਹਿੱਸੇ ਤੱਕ ਜਿੰਨੇ ਸਾਰੇ ਆਰਗਨ ਨੇ ਪਾਚਨ ਦੇ, ਉਹ ਇਸ ਭਾਗ ਦੇ ਵਿੱਚ ਹੀ ਨੇ ਜੀ। ਉਸ ਤੋਂ ਨੀਚੇ, ਨਾਭੀ ਤੋਂ ਨੀਚੇ ਪੈਰਾਂ ਤੱਕ ਜੀ, ਉਹਨੂੰ ਵਾਤ ਦਾ ਸਥਾਨ ਮੰਨਿਆ ਜੀ। ਤਾਂ ਇਹ ਜਿਹੜਾ ਤਿਰਗੁਣ ਦਾ ਸਿਧਾਂਤ ਆ, ਮਤਲਬ ਉਹ ਸਾਡੇ ਭਾਰਤੀ ਸੰਸਕ੍ਰਿਤੀ ਦਾ ਜੀ, ਉਹਦੇ 'ਚ ਮੁੱਖ ਰੂਪ ਦੇ ਵਿੱਚ ਕੀ ਹੈ ਵੀ ਉਹ ਸਤੰਭ ਮੰਨੇ ਗਏ ਨੇ ਪੂਰੇ ਬ੍ਰਹਿਮੰਡ ਦਾ ਜੀ। ਔਰ ਇਹ ਵਿਗਿਆਨਕ ਤੌਰ ਤੇ ਵੀ ਪ੍ਰੂਵ ਹੋਇਆ। ਬਹੁਤ ਸਾਰੇ ਵਿਗਿਆਨੀ ਦੋਸਤਾਂ ਨੇ, ਮਾਡਰਨ ਵਿਗਿਆਨ ਵਾਲਿਆਂ ਨੇ ਮੈਨੂੰ ਸਵਾਲ ਕੀਤੇ ਵੀ ਤੁਹਾਡਾ ਤਰਦੋਸ਼ ਸਿਧਾਂਤ ਆ ਉਹ ਕੋਈ
ਅਸਲ 'ਚ ਕੋਈ ਫਲਸਫਾ ਨਹੀਂ ਹੈ ਜਿਹਨੂੰ ਪਰਖਿਆ ਜਾ ਸਕੇ। ਮੇਰਾ ਉਹਨਾਂ ਨੂੰ ਇਹੀ ਜਵਾਬ ਸੀ ਵੀ ਤੁਸੀਂ ਆਈਨਸਟਾਈਨ ਦੇ ਸਿਧਾਂਤ ਨੂੰ ਮੰਨਦੇ ਹੋ ਕਿ ਉਹਨੇ ਸੰਪੇਖਤਾਵਾਦ ਦਾ ਸਿਧਾਂਤ ਦਿੱਤਾ ਜੀ, ਉਸ ਸਿਧਾਂਤ ਨੂੰ ਅਸੀਂ ਸਮਝ ਕੇ ਦੇਖੀਏ ਜੀ ਤਾਂ ਉਹਦੇ ਅਨੁਸਾਰ ਅਸੀਂ ਸਮਝ ਜਾਂਦੇ ਹਾਂ ਕਿ ਆਯੁਰਵੈਦ ਦਾ ਤ੍ਰਿਦੋਸ਼ ਸਿਧਾਂਤ ਜਿਹੜਾ ਅੱਜ ਤੋਂ ਲੱਖਾਂ ਸਾਲ ਪਹਿਲਾਂ ਸਾਡੇ ਰਿਸ਼ੀ ਮੁਨੀਆਂ ਨੇ ਦਿੱਤਾ, ਉਹ 20ਵੀਂ ਸਦੀ 'ਚ ਪ੍ਰੂਵ ਕੀਤਾ ਆਈਨਸਟਾਈਨ ਨੇ ਜੀ। ਆਈਨਸਟਾਈਨ ਨੇ ਪ੍ਰੂਵ ਕੀਤਾ ਵੀ ਇੱਕ ਮੈਟਰ ਦੇ ਇੱਕੋ ਸਮੇਂ 3 ਰੂਪ ਹੁੰਦੇ ਨੇ ਜੀ। ਮੈਟਰ ਨੂੰ ਤੁਸੀਂ 3 ਹਿੱਸਿਆਂ 'ਚ ਡਿਵਾਈਡ ਕਰ ਸਕਦੇ ਹੋ, ਨਿਊਟਰੋਨ, ਪ੍ਰੋਟੋਨ, ਇਲੈਕਟ੍ਰੋਨ ਜੀ। ਫਿਰ ਉਹਨੇ ਉਸ ਤੋਂ ਅੱਗੇ ਵੀ ਇੱਕ ਜਾ ਕੇ ਫਿਲਾਸਫੀ ਨਵੀਂ ਦਿੱਤੀ ਜੀ ਵੀ ਮੈਟਰ ਇੱਕੋ ਸਮੇਂ ਚੇਤਨਾ ਵੀ ਹੁੰਦਾ ਜੀ, ਇੱਕੋ ਸਮੇਂ ਉਹ ਮੈਟਰ ਵੀ ਹੁੰਦਾ ਹੈ। ਇਸ ਤੋਂ ਪਹਿਲਾਂ ਕਨਫਿਊਜ਼ਨ ਸੀ। ਮਾਰਕਸਵਾਦ ਦੀ ਜਦੋਂ ਫਿਲਾਸਫੀ ਚੜ੍ਹਤ 'ਚ ਆਈ 19ਵੀਂ ਸਦੀ 'ਚ, ਉਹਨਾਂ ਨੇ ਇੱਕ ਕਨਫਿਊਜ਼ਨ ਖੜਾ ਕੀਤਾ ਵੀ ਪਹਿਲਾਂ ਮੈਟਰ ਪੈਦਾ ਹੋਇਆ, ਚੇਤਨਾ ਪਹਿਲਾਂ ਪੈਦਾ ਨਹੀਂ ਹੋਈ ਜੀ। ਭਾਰਤੀ ਸੰਸਕ੍ਰਿਤੀ 'ਚ ਕਿਹਾ ਗਿਆ ਸੀ ਵੀ ਮੈਟਰ ਤੇ ਪਦਾਰਥ, ਮੈਟਰ ਤੇ ਚੇਤਨਾ ਦੋਨੋਂ ਇੱਕੋ ਸਮੇਂ ਪੈਦਾ ਹੋਏ ਜੀ। ਉਹ ਜਦੋਂ ਆਈਨਸਟਾਈਨ ਨੇ ਉਹ ਗੱਲ ਕਹੀ ਵੀ ਮੈਟਰ ਇੱਕੋ ਸਮੇਂ ਮੈਟਰ ਵੀ ਹੈ, ਚੇਤਨਾ ਵੀ ਹੈ ਜੀ, ਤਾਂ ਉਸ ਚੀਜ਼ ਨੇ ਹਿੰਦੁਸਤਾਨ ਦੀ ਪੁਰਾਣੀ ਸੰਸਕ੍ਰਿਤੀ ਦੇ ਪੂਰੇ ਵਿਗਿਆਨ ਨੂੰ ਅੱਜ ਦੇ ਯੁੱਗ ਦੇ ਵਿਗਿਆਨ ਅਨੁਸਾਰ ਪ੍ਰੂਵ ਕੀਤਾ ਜੀ। ਸੋ ਇਸ ਤਰ੍ਹਾਂ ਵੀ ਜਦੋਂ ਅਸੀਂ ਇਹਨੂੰ ਸਮਝਦੇ ਹਾਂ ਵੀ ਤਿਰਗੁਣ ਦਾ ਸਿਧਾਂਤ ਜੀ, ਵੀ ਆਯੁਰਵੈਦ ਦੇ ਤ੍ਰਿਦੋਸ਼ ਸਿਧਾਂਤ ਆ ਗਿਆ ਵਾਤ ਪਿੱਤ ਕਫ ਜੀ। ਉਸ ਤੋਂ ਅੱਗੇ ਅਸੀਂ ਮਨੋਵਿਗਿਆਨ ਦਾ ਸਮਝੀਏ ਜੀ ਤਾਂ ਮਨੋਵਿਗਿਆਨ ਦਾ ਆ ਗਿਆ ਰਜੋਗੁਣ, ਤਮੋਗੁਣ, ਸਤੋਗੁਣ ਜੀ। ਤੀਸਰਾ ਮਾਡਰਨ ਵਿਗਿਆਨ ਜਿਹਨੂੰ ਅੱਜ ਦੇ ਵਿਗਿਆਨੀ ਮੰਨਦੇ ਆ ਵੀ ਆਈਨਸਟਾਈਨ ਤੋਂ ਅੱਗੇ ਕੋਈ ਚੀਜ਼ ਨਹੀਂ ਹੈ, ਉਹਦੇ 'ਚ ਕੀ ਚੀਜ਼ ਆਉਂਦੀ ਹੈ ਜੀ? ਉਹਦੇ 'ਚ ਉਹਨਾਂ ਨੇ ਇਲੈਕਟ੍ਰੋਨ, ਪ੍ਰੋਟੋਨ, ਨਿਊਟਰੋਨ ਜੀ। ਉਹਨਾਂ ਨੇ ਵੀ 3 ਤੱਤਾਂ 'ਤੇ ਜਾ ਕੇ ਗੱਲ ਖਤਮ ਕਰਤੀ ਵੀ ਇਦੋਂ ਗਾਂਹ ਪਦਾਰਥ ਨੂੰ ਨਹੀਂ ਵੰਡਿਆ ਜਾ ਸਕਦਾ ਜੀ। ਤਾਂ ਇਸੇ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਆ ਰਹੀਆਂ ਨੇ ਜੀ, ਉਹ ਡੇ ਟੂ ਡੇ ਮਾਡਰਨ ਵਿਗਿਆਨ ਵੱਲੋਂ ਪ੍ਰੂਵ ਹੋ ਰਹੀਆਂ ਨੇ ਜੀ। ਤੇ ਆਯੁਰਵੇਦ ਅੱਜ ਦੇ ਯੁੱਗ ਦੀ 21ਵੀਂ ਸਦੀ ਦੀ ਇਸੇ ਕਰਕੇ ਇੱਕ ਸਫਲ ਪੈਥੀ ਹੋਣ ਜਾ ਰਿਹਾ ਜੀ, ਜਿਹਦੇ 'ਚ ਇਸ ਚੀਜ਼ ਨੂੰ ਵਿਗਿਆਨਕ ਤੌਰ ਤੇ ਵੀ ਡੇ ਟੂ ਡੇ ਜਿਵੇਂ ਵਿਗਿਆਨ ਸਮਝਦਾਰ ਹੋਵੇਗਾ, ਆਯੁਰਵੇਦ ਸਮਝਦਾਰ ਹੈ ਹੀ ਜੀ, ਉਵੇਂ ਇਹ ਚੀਜ਼ਾਂ ਪ੍ਰੂਵ ਹੋਈ ਜਾਣਗੀਆਂ ਜੀ। ਔਰ ਮਾਡਰਨ ਵਿਗਿਆਨੀ ਵੀ ਇਹਨੂੰ ਡੇ ਟੂ ਡੇ ਅਪਣਾਉਣਾ ਸ਼ੁਰੂ ਕਰਨਗੇ ਔਰ ਅਪਣਾ ਵੀ ਰਹੇ ਆ ਜੀ। ਤੇ ਆ ਜਿਹੜੇ ਤੁਸੀਂ 3 ਦੋਸ਼ ਦੱਸੇ ਨੇ, ਵਾਤ, ਪਿੱਤ ਤੇ ਕਫ, ਇਹਨਾਂ 3 ਦੋਸ਼ਾਂ ਦੇ ਵਿੱਚ ਵਿਗਾੜ ਕਿਵੇਂ ਪੈਦਾ ਹੁੰਦਾ ਹੈ? ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਜੀ ਵੀ ਆਯੁਰਵੇਦ ਅਸਲ 'ਚ ਪ੍ਰਕਿਰਤੀ ਤੇ ਮਨੁੱਖ ਦਾ ਇੱਕ ਸੰਤੁਲਨ ਹੈ ਜੀ। ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਸੰਕਟ ਆਉਂਦਾ ਹੈ ਜੀ, ਉਹ ਇਹ ਸੰਕਟ ਆਉਂਦਾ ਹੈ ਵੀ ਜਦੋਂ ਅਸੀਂ ਰਜੋਗੁਣ, ਤਮੋਗੁਣ, ਸਤੋਗੁਣ, ਇਹ ਸਾਡੀ ਪ੍ਰਕਿਰਤੀ ਆ ਜਿਹਦੇ ਮੂਵਮੈਂਟ ਦੇ ਅਨੁਸਾਰ ਅਸੀਂ ਚੱਲਦੇ ਹਾਂ ਜੀ, ਅਸੀਂ ਸੋਚਦੇ ਹਾਂ। ਜਿਵੇਂ ਰਜੋਗੁਣ ਪ੍ਰਭਾਵਿਤ ਆ ਜਿਹੜਾ ਬੰਦਾ ਜੀ, ਜਿਹਦੇ 'ਚ ਕੁਦਰਤ ਨੇ ਰਜੋਗੁਣ ਜ਼ਿਆਦਾ ਪਾਇਆ, ਉਹ ਬੰਦਾ ਹਰ ਸਮੇਂ ਕੁਝ ਨਾ ਕੁਝ ਕਰਨਾ ਚਾਹੂਗਾ, ਉਹ ਵਿਹਲਾ ਨਹੀਂ ਬੈਠ ਸਕੂਗਾ, ਭਾਵੇਂ ਉਹ ਚੰਗਾ ਕਰ ਰਿਹਾ ਚਾਹੇ ਮਾੜਾ ਕਰ ਰਿਹਾ। ਉਹ ਜਿਹੜਾ ਸਤੋਗੁਣ ਵਾਲਾ ਬੰਦਾ, ਜਿਵੇਂ ਸੰਤ, ਫਕੀਰ, ਜਿਹੜੇ ਕੋਈ ਚੰਗੀਆਂ ਕਦਰਾਂ ਕੀਮਤਾਂ, ਸੱਚ ਨੂੰ ਸਥਾਪਿਤ ਕਰਨ ਵਾਸਤੇ ਯਤਨਸ਼ੀਲ ਹੁੰਦੇ ਨੇ, ਉਹੋ ਜਿਹੇ ਉਹਨਾਂ 'ਚ ਇੱਕ ਸਟੇਬਿਲਿਟੀ ਹੋ ਜਾਂਦੀ ਹੈ ਵੀ ਨਾ ਉਹ ਦੌੜ ਰਹੇ ਹੁੰਦੇ ਨਾ ਉਸ ਬੈਠੇ ਹੁੰਦੇ ਆ ਜੀ। ਤੀਸਰਾ ਤਮੋਗੁਣ ਜੀ। ਤਮੋਗੁਣ ਦਾ ਮਤਲਬ ਵੀ ਹਰ ਚੀਜ਼ ਨੂੰ ਆਪਦੇ ਵਾਸਤੇ ਯੂਜ਼ ਕਰਨਾ ਜੀ। ਤੁਸੀਂ ਪੈਸਾ ਤੁਸੀਂ ਆਪਦੇ ਵਾਸਤੇ ਇਕੱਠਾ ਕਰ ਰਹੇ ਹੋ, ਉਹ ਭਾਵੇਂ ਕਤਲ ਕਰਕੇ ਹੋ ਰਿਹਾ, ਭਾਵੇਂ ਠੱਗੀ ਮਾਰ ਕੇ ਹੋ ਰਿਹਾ, ਚਾਹੇ ਉਹ ਧੋਖਾ ਦੇ ਕੇ ਹੋ ਰਿਹਾ, ਕਿਸੇ ਤਰ੍ਹਾਂ ਵੀ ਹੋ ਰਿਹਾ ਜੀ। ਤਾਂ ਇਹਨਾਂ ਚੀਜ਼ਾਂ ਦਾ ਜਿਹੜੀ ਇੱਕ ਅਨੁਸਾਰਤਾ ਹੈ ਜੀ, ਉਹ ਸਾਡੀ ਬਾਡੀ ਦੇ ਅਨੁਕੂਲ ਜਦੋਂ ਨਹੀਂ ਰਹਿੰਦੀ ਤਾਂ ਉਹਦੇ 'ਚ ਇੱਕ ਸਾਰਿਆਂ ਤੋਂ ਪਹਿਲਾ ਸੰਕਟ ਹੁੰਦਾ ਜੀ ਵੀ ਸਾਡੇ ਜਿਹੜੇ ਇਹ 3 ਦੋਸ਼ ਨੇ, ਇਹਨਾਂ 'ਚੋਂ ਕੁਝ ਨਾ ਕੁਝ ਚੀਜ਼ ਅਪਸੈਟ ਹੋ ਜਾਂਦੀ ਹੈ ਜੀ। ਜਿੱਦਾਂ ਤੁਸੀਂ ਜਦੋਂ ਭੋਜਨ ਕਰਦੇ ਹੋ ਜੀ, ਭੋਜਨ ਦੇ ਕਰਨ ਸਮੇਂ ਤੁਹਾਡੇ ਸਰੀਰ ਦੇ ਵਿੱਚ ਕਫ ਦੋਸ਼ ਵੱਧਦਾ ਹੈ, ਜਿਹਨੂੰ ਅਸੀਂ ਕਫ ਦੋਸ਼ ਕਾਊਂਟ ਕੀਤਾ, ਤੁਹਾਡੀ ਬਾਡੀ 'ਚ ਉਹ ਉਸ ਸਮੇਂ ਵੱਧ ਜਾਂਦਾ ਜੀ ਜਦੋਂ ਤੁਸੀਂ ਭੋਜਨ ਕਰ ਲਿਆ। ਕਿਉਂ? ਕਿਉਂਕਿ ਭੋਜਨ ਨੂੰ ਪਚਣ ਵਾਸਤੇ ਕੀ ਚਾਹੀਦਾ ਜੀ ਵੀ ਉਹ ਮਿਹਦੇ 'ਚ ਉਸ ਨੂੰ ਰਿੜਕਿਆ ਜਾਣਾ ਜੀ, ਤਾਂ ਉਹਦੇ ਵਾਸਤੇ ਪਾਣੀ ਦੀ ਜ਼ਰੂਰਤ ਹੁੰਦੀ ਹੈ ਜੀ। ਤਾਂ ਸਾਡਾ ਸਰੀਰ ਨੈਚੁਰਲ ਕਿਰਿਆ ਕਰਕੇ ਉਹਦੇ 'ਚ ਮਿਊਕਸ, ਉਹ ਪਾਣੀ ਵਾਲਾ ਅੰਸ਼ ਉਸ ਸਮੇਂ ਸਾਡਾ ਸਰੀਰ ਛੱਡਣ ਲੱਗ ਜਾਂਦਾ ਜੀ। ਜਦੋਂ ਉਹ ਅੰਸ਼ ਪੂਰਾ ਹੋ ਜਾਂਦਾ ਜੀ ਤਾਂ ਉਸ ਤੋਂ ਬਾਅਦ ਫਿਰ ਵਾਯੂ ਕਿਰਿਆ ਕਰਦੀ ਆ ਕੇ ਜੀ ਵੀ ਉਸ ਨੂੰ ਸਟੋਮਿਕ 'ਚ ਪਚੇ ਹੋਏ ਨੂੰ ਅੱਗੇ ਲੈ ਜਾਂਦੀ ਹੈ ਜੀ। ਉਸ ਤੋਂ ਬਾਅਦ ਕੀ ਹੁੰਦਾ ਜੀ ਵੀ ਤੀਸਰਾ ਪ੍ਰੋਸੈਸ ਵੀ ਉਹ ਇੰਟੈਸਟਾਈਨ 'ਚ ਚਲਾ ਗਿਆ ਫੂਡ ਸਾਡਾ ਜੀ, ਤਾਂ ਉਦੋਂ ਫਿਰ ਉਹਦੇ 'ਤੇ ਪਿੱਤ ਦੋਸ਼ ਕੰਮ ਕਰਦਾ, ਉਹਦੇ 'ਚੋਂ ਰਸ ਅੱਡ ਹੋ ਜਾਂਦਾ ਜੀ। ਉਸ 'ਚੋਂ ਜਿਹੜਾ ਮਲ ਹੈ ਜੀ, ਮਲ ਮੂਤਰਾ, ਉਹ ਅਲੱਗ ਹੋ ਜਾਂਦਾ ਜੀ। ਜੋ ਰਸ ਪੈਦਾ ਹੁੰਦਾ ਉਹਦੇ 'ਚੋਂ ਸਾਡੇ ਸਰੀਰ ਨੇ ਜੋ ਕੁਛ ਲੈਣਾ ਹੈ, ਜਿਹੜੇ ਅੰਗ ਨੂੰ ਜੋ ਚੀਜ਼ ਚਾਹੀਦੀ ਆ, ਉਸ ਰਸ 'ਚੋਂ ਉਹਨੇ ਗੇਨ ਕਰ ਲੈਣੀ ਹੈ ਜੀ। ਇਸ ਤਰ੍ਹਾਂ ਜਦੋਂ ਅਸੀਂ ਇਹਨੂੰ ਇੱਦਾਂ ਦੇਖਦੇ ਹਾਂ ਜੀ ਵੀ ਇਹ ਦੋਸ਼ ਕਿਉਂ ਬਣਦਾ ਜੀ, ਤਾਂ ਉਸ ਪੀਰੀਅਡ 'ਚ ਜੇ ਅਸੀਂ ਚੀਜ਼ਾਂ ਉਹ ਜਿਹੀਆਂ ਖਾ ਰਹੇ ਹਾਂ ਜੀ
ਜਿਹੜੀਆਂ ਇੱਕ ਖਾਸ ਗੁਣ ਨੂੰ ਵਧਾਉਂਦੀਆਂ ਜਾਂ ਘਟਾਉਂਦੀਆਂ ਨੇ ਜੀ, ਤਾਂ ਉਸ ਤਰ੍ਹਾਂ ਦਾ ਤੁਹਾਡੇ ਉਸ ਸਮੇਂ 'ਚ ਇੱਕ ਦੋਸ਼ ਵੱਧ ਜਾਂਦਾ ਜੀ, ਜਿਹੜਾ ਜੇ ਲੰਬਾ ਸਮਾਂ ਚੱਲਦਾ ਰਹੇ ਤਾਂ ਉਹ ਬਿਮਾਰੀ ਹੋ ਜਾਂਦੀ ਹੈ ਜੀ। ਦੂਸਰੀ ਚੀਜ਼ ਜਿਹੜੀ ਸਾਰਿਆਂ ਤੋਂ ਵੱਡੀ ਜਾਣਨ ਵਾਲੀ ਹੈ ਜੀ, ਕਿ ਆਯੁਰਵੈਦ ਦੇ ਵਿੱਚ ਜਿਹੜੀਆਂ ਅਸੀਂ ਜੜੀਆਂ ਬੂਟੀਆਂ ਵੀ ਯੂਜ਼ ਕਰਦੇ ਹਾਂ, ਉਹ ਵੀ ਉਸ ਚੀਜ਼ ਨੂੰ ਹੀ ਪ੍ਰਭਾਵਿਤ ਕਰਦੀਆਂ ਸਾਡੇ ਨੂੰ ਜੀ, ਵੀ ਉਹਨਾਂ ਦੇ ਇੱਕ ਵਿਸ਼ੇਸ਼ ਰਸ ਹੈ ਜੀ। ਉਹ ਵਿਸ਼ੇਸ਼ ਰਸ ਜਦੋਂ ਸਾਡੇ ਸਰੀਰ 'ਚ ਜਾਂਦਾ ਹੈ ਤਾਂ ਉਹ ਇੱਕ ਆਪਣੀ ਤਰ੍ਹਾਂ ਦੀ ਰਸਾਇਣਕ ਕਿਰਿਆ ਪੈਦਾ ਕਰਦਾ ਜੀ। ਤਾਂ ਉਹ ਜਿਹੜੀ ਰਸਾਇਣਕ ਕਿਰਿਆ ਹੁੰਦੀ ਆ, ਉਹ ਕਿਸੇ ਦੋਸ਼ ਨੂੰ ਘੱਟ ਕਰਦੀ ਹੈ ਜੀ, ਕਿਸੇ ਨੂੰ ਵਧਾ ਦਿੰਦੀ ਆ। ਉਦੋਂ ਇੱਕ ਇੰਬੈਲੈਂਸ ਹੋ ਜਾਂਦਾ ਬਾਡੀ 'ਚ, ਤਾਂ ਉਸ ਸਮੇਂ ਇਹਨਾਂ ਨੂੰ ਅਸੀਂ ਤਰਦੋਸ਼ ਦੇ ਅਧੀਨ ਲੈ ਲੈਂਦੇ ਹਾਂ ਜੀ, ਵੀ ਉਹਦੇ 'ਚ ਆਹ ਵਿਗਾੜ ਆਇਆ ਹੈ ਜੀ। ਮਿਸਾਲ ਦੇ ਤੌਰ ਤੇ ਵੀ ਜਿਵੇਂ ਅਸੀਂ ਆਈਸਕ੍ਰੀਮ ਖਾਂਦੇ ਹਾਂ ਜੀ, ਤਾਂ ਆਈਸਕ੍ਰੀਮ ਠੰਡੀ ਹੁੰਦੀ ਹੈ ਜੀ, ਤਾਂ ਉਹਦੇ ਨਾਲ ਕੀ ਹੋਏਗਾ ਕਿ ਸਾਡੀ ਬਾਡੀ 'ਚ ਜਿਹੜਾ ਸਾਡਾ ਟੈਂਪਰੇਚਰ ਆ, ਪਿੱਤ ਆ, ਅਗਨੀ ਆ, ਉਹ ਘਟ ਜੇਗੀ। ਕਿਉਂਕਿ ਅਸੀਂ ਠੰਡੀ ਚੀਜ਼ ਲਈ ਹੈ ਜੀ। ਤਾਂ ਉਦੋਂ ਦੂਜੀਆਂ ਚੀਜ਼ਾਂ ਜ਼ਿਆਦਾ ਪ੍ਰਭਾਵਸ਼ਾਲੀ ਹੋ ਜਾਣਗੀਆਂ ਜੀ। ਕਫ ਪ੍ਰਭਾਵਿਤ ਹੋ ਜਾਊਗਾ, ਵਾਯੂ ਪ੍ਰਭਾਵਿਤ ਹੋ ਜਾਊਗਾ, ਉਹ ਪ੍ਰਭਾਵਸ਼ਾਲੀ ਰੂਪ 'ਚ ਕੰਮ ਕਰਨ ਲੱਗ ਜਾਣਗੀਆਂ ਜੀ। ਇੱਦਾਂ ਹੀ ਅਸੀਂ ਮਿਰਚ ਨੂੰ ਲਈਏ ਜੀ, ਜਦੋਂ ਅਸੀਂ ਮਿਰਚ ਖਾਂਦੇ ਹਾਂ, ਜਿਵੇਂ ਕਾਲੀ ਮਿਰਚ ਦੀ ਮਿਸਾਲ ਲਓ ਜੀ, ਸਾਡੇ ਮੇਰਾ ਖਿਆਲ ਆ ਵੀ ਸੈਂਕੜੇ ਸਾਲਾਂ ਤੋਂ ਪ੍ਰਯੋਗ ਹੋ ਰਹੀ ਚੀਜ਼ ਆ ਜੀ। ਉਹ ਕੀ ਚੀਜ਼ ਪ੍ਰਯੋਗ ਹੋ ਰਹੀ ਹੈ ਜੀ? ਕਾਲੀ ਮਿਰਚ। ਅਸੀਂ ਮਸਾਲਿਆਂ 'ਚ ਵੀ ਯੂਜ਼ ਕਰਦੇ ਹਾਂ, ਸਰਦੀ ਜ਼ੁਕਾਮ ਲੱਗਿਆ ਹੋਇਆ ਅਸੀਂ ਉਹਦੇ 'ਚ ਵੀ ਯੂਜ਼ ਕਰਦੇ ਹਾਂ। ਉਹਦੀ ਹੁਣ ਕਿਰਿਆ ਕੀ ਹੁੰਦੀ ਹੈ ਜਾ ਕੇ ਜੀ, ਕਿ ਉਹ ਕਫ ਨੂੰ ਪਤਲਾ ਕਰ ਦਿੰਦੀ, ਪਿਘਲਾ ਦਿੰਦੀ ਹੈ ਜੀ। ਆਪਣੇ ਤੀਖਣ, ਉਹਦੇ ਬਹੁਤ ਤੇਜ਼ ਮਤਲਬ ਉਹਦਾ ਸਵਾਦ ਹੁੰਦਾ ਜੀ, ਉਹਦਾ ਤੀਖਣ ਗੁਣ ਕਹਿੰਦੇ ਆਯੁਰਵੈਦ 'ਚ ਅਸੀਂ। ਉਹਦੇ ਨਾਲ ਉਹ ਬਲਗਮ ਨੂੰ ਪਿਘਲਾ ਦਿੰਦੀ ਹੈ ਜੀ। ਤਾਂ ਉਹ ਕੀ ਕਰਦੀ ਆ ਫਿਰ? ਉਹ ਕਫ ਦੋਸ਼ ਨੂੰ ਨਾਸ਼ ਕਰਦੀ ਆ, ਉਹਦੇ ਨਾਲ ਗਰਮੀ ਅੰਦਰ ਵੱਧ ਜਾਂਦੀ ਹੈ ਜੀ। ਇਸ ਤਰ੍ਹਾਂ ਅਸੀਂ ਇਹਨਾਂ ਦੇ ਤਿੰਨਾਂ ਦੋਸ਼ਾਂ ਨੂੰ ਹਰ ਇੱਕ ਚੀਜ਼ ਤੇ, ਹਰ ਸਮੇਂ, ਹਰ ਕਿਰਿਆ ਤੇ ਲਾ ਕੇ ਦੇਖੀਏ ਤਾਂ ਇਹਨਾਂ 'ਚ ਕੁਛ ਨਾ ਕੁਛ ਅਸੰਤੁਲਨ ਬਣਦਾ ਰਹੇ ਜੀ। ਜਿਹੜਾ ਤਿੰਨਾਂ ਚੀਜ਼ਾਂ ਦੇ ਵਿੱਚ ਇਨਬੈਲੈਂਸ ਕ੍ਰੀਏਟ ਹੋ ਰਿਹਾ ਹੈ, ਇਸ ਦੇ ਬਾਰੇ ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ। ਡਾਕਟਰ ਸਾਹਿਬ ਤੋਂ ਪੁੱਛਾਂਗੇ ਕਿ ਇਹਨਾਂ ਦੇ ਵਿੱਚ ਸੰਤੁਲਨ ਕਿਵੇਂ ਬਣਾਇਆ ਜਾਵੇ। ਪਰ ਹੁਣ ਇੱਕ ਸਮਾਂ ਹੁੰਦਾ ਹੈ ਬ੍ਰੇਕ ਦਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।